ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪਹਿਲੇ ਸੈਗਮੈਂਟ ਤੋਂ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਮੁੱਖ ਖਬਰਾਂ ਦੀ। ਤੇ ਸਭ ਤੋਂ ਪਹਿਲਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਕਰਪਟ ਨੈਕਸਸ ਦੇ ਖਿਲਾਫ ਜੋ ਬਿਆਨ ਦਿੱਤਾ ਗਿਆ ਹੈ, ਉਸ ਤੋਂ ਇਲਾਵਾ ਲੋਟਰੀ ਘੁਟਾਲਾ ਤੇ ਕਾਰਵਾਈ ਤੇ ਪਿਛਲੀ ਸਰਕਾਰਾਂ ਦੇ ਟੈਨਿਓਰ ਦੇ ਵਿੱਚ ਇਲੀਗਲ ਮਾਈਨਿੰਗ ਕੇਸ ਤੇ ਥੋਰ ਇਨਵੈਸਟੀਗੇਸ਼ਨ, ਉਸ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਜ਼ਰੂਰੀ ਜਾਣਕਾਰੀ ਵੀ ਤੁਹਾਨੂੰ ਦਵਾਂਗੇ ਜੀ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਜਿਹੜੀ ਬਿਆਨ ਦਿੱਤਾ ਗਿਆ ਹੈ ਕਿ ਜਿਹੜਾ ਕਰਪਟ ਨੈਕਸਸ ਹੈ ਉਹਨੂੰ ਆਇਡੈਂਟੀਫਾਈ ਕੀਤਾ ਜਾਊਗਾ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ, ਇੱਕ ਪੈਸਾ ਉਹਨਾਂ ਤੋਂ ਵਸੂਲ ਕੀਤਾ ਜਾਊਗਾ, ਭਾਵੇਂ ਉਹ ਜਿਹੜੀ ਮਰਜ਼ੀ ਅਮੀਰ ਸਿਆਸਤੀ ਪਾਰਟੀ 'ਚ ਸ਼ਾਮਲ ਹੋ ਜਾਣ। ਦੇਖੋ, ਇਹ ਜਿਹੜੀ ਭਗਵੰਤ ਮਾਨ ਗਵਰਨਮੈਂਟ ਹੈਗੀ ਆਮ ਆਦਮੀ ਪਾਰਟੀ ਦੀ, ਇਹਨਾਂ ਦਾ ਫੋਕਸ ਤੇ ਸਹੀ ਗੱਲ ਵੀ ਆ, ਫੋਕਸ ਹੈਗਾ ਜਿਹੜੇ ਵੀ ਲੋਕੀ ਕਰਪਟ ਨੇ ਉਹਨਾਂ ਤੋਂ ਰਿਕਵਰੀਆਂ ਤੇ ਉਹਨਾਂ ਨੂੰ ਬੇਸਿਕਲੀ ਉਹਨਾਂ ਦੀ ਜਿਹੜੀ ਕੀਤੀ ਦੀ ਸਜ਼ਾ ਦੇਣਾ। ਤੇ ਜਿਹੜੀ ਐਂਟੀ ਕਰਪਸ਼ਨ ਨੂੰ ਖਤਮ ਕਰਨ ਲਈ ਇਹ ਸਟੈਪ ਬੜੇ ਜ਼ਰੂਰੀ ਨੇ। ਇੱਕ ਮੈਸੇਜ ਜਾਂਦਾ ਤਾਂ ਕਿ ਜਿਹੜੇ ਆਫਿਸਰ ਹਜੇ ਵੀ ਵੇਖੋ ਕੰਮ ਤੇ ਚੱਲਦੇ ਪਏ ਨੇ, ਹਜੇ ਵੀ ਕਰਪਸ਼ਨ ਹੋ ਰਹੀ ਹੈ, ਤੇ ਜੇ ਉਹਨੂੰ ਉੱਤੇ ਨਕੇਲ ਕੱਸਣੀ ਆ, ਜੇ ਉਹਨਾਂ ਨੂੰ ਫੜਨਾ ਤੇ ਪੁਰਾਣੇ ਲੋਕਾਂ ਨੂੰ ਵੀ ਉਹਨਾਂ ਦੇ ਉੱਤੇ ਵੀ ਕੇਸ ਕਰਨਾ ਪਵੇਗਾ। ਤੇ ਕਰੰਟਲੀ ਜਿਹੜੇ ਆਫਿਸਰ ਨੇ ਉਹਨਾਂ ਦੇ ਉੱਤੇ ਸਟਰੋਂਗ ਨਜ਼ਰ ਰੱਖਣ ਦੀ ਲੋੜ ਹੈ, ਭਾਵੇਂ ਨੇਤਾ ਨੇ ਭਾਵੇਂ ਆਫਿਸਰ ਨੇ। ਉਹਨਾਂ ਨੇ ਇੱਕ ਸਹੀ ਐਗਜ਼ਾਮਪਲ ਵੀ ਸੈੱਟ ਕੀਤਾ ਆਪਣੇ ਇੱਕ ਮਿਨਿਸਟਰ ਨੂੰ, ਜਿਹੜੇ ਕਾਈਂਡ ਆਫ ਪ੍ਰੂਫ ਹੀ ਹੋ ਚੁੱਕਾ ਸੀ ਕਿ ਹੀ ਵਾਜ਼ ਆਸਕਿੰਗ ਫॉर, ਉਹਨਾਂ ਨੇ ਖੁਦ ਹੀ ਮੰਨ ਲਿਆ ਸੀਐਮ ਦੇ ਸਾਹਮਣੇ ਕਿ ਬਈ ਮੈਂ 1% ਰਿਸ਼ਵਤ ਮੰਗਦਾ ਪਿਆ ਸੀ ਜੋ ਵੀ ਟੈਂਡਰ ਦੇ ਰਹੇ ਸੀ। ਤੇ ਇਹ ਵਾਲੇ ਸਟੈਪ ਬਹੁਤ ਜ਼ਰੂਰੀ ਨੇ ਪੰਜਾਬ 'ਚ, ਕਿਉਂਕਿ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਰਪਸ਼ਨ ਦੇ ਕਾਰਨ ਇਹਦਾ ਇੰਪੈਕਟ ਸਿਰਫ ਕੁਆਲਿਟੀ ਆਫ ਸਰਵਿਸ ਤੇ ਨਹੀਂ ਆਉਂਦਾ, ਸਿਰਫ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ, ਇਹਦੇ ਨਾਲ ਹੋਰ ਬੜੀਆਂ ਕਰੂਤੀਆਂ ਪੂਰੇ ਸਿਸਟਮ 'ਚ ਆ ਜਾਂਦੀਆਂ ਨੇ। ਕਰਪਟ ਆਫਿਸਰ ਕਿਸੇ ਵੀ ਸਮਗਲਰ ਨੂੰ ਜਾਣ ਦੇਗਾ, ਕਰਪਟ ਆਫਿਸਰ ਲਾਅ ਐਂਡ ਆਰਡਰ ਵੱਲੋਂ ਕੰਪਰੋਮਾਈਜ਼ ਕਰੇਗਾ, ਕਰਪਟ ਆਫਿਸਰ ਪਰਸਨਲ ਬੈਨੀਫਿਟ ਦੇਣੇ ਸ਼ੁਰੂ ਕਰ ਦੇਗਾ, ਕਰਪਟ ਆਫਿਸਰ ਜਾਂ ਨੇਤਾ, ਵੈਨ ਆਈ ਐਮ ਸੇਇੰਗ ਆਫਿਸਰ, ਜਾਂ ਜੋ ਵੀ ਬੰਦਾ ਪੋਜੀਸ਼ਨ 'ਚ ਹੈਗਾ, ਜੇ ਉਹ ਕਰਪਟ ਹੋਏਗਾ, ਉਹ ਜਿਹੜੇ ਲੋਕੀ ਮੋਸਟ ਕਾਬਿਲ ਲੋਕੀ ਨਹੀਂ ਹੈਗੇ ਉਹਨਾਂ ਨੂੰ ਉਸ ਰੋਲ 'ਚ ਲੈ ਕੇ ਆਏਗਾ। ਉਹ ਆਪਣੇ ਆਪ ਇੱਕ ਹੋਰ ਨਵਾਂ ਸਾਈਕਲ ਸ਼ੁਰੂ ਹੋਏਗਾ, ਜਿਹੜੇ ਕਰਪਸ਼ਨ ਨਾਲ ਆਏ ਨੇ ਹੋਰ ਕਰਪਸ਼ਨ ਵਧਾਉਣਗੇ। ਤੇ ਪੰਜਾਬ ਜੋ ਇਸ ਵੇਲੇ ਇਕਨੋਮਿਕ ਕ੍ਰਾਈਸਿਸ 'ਚੋਂ ਗੁਜ਼ਰਦਾ ਪਿਆ ਹੈ, ਭਗਵੰਤ ਮਾਨ ਦੇ ਇਸ ਬਿਆਨ ਦਾ ਉਹਦੇ ਵਿੱਚ ਸੋਲੂਸ਼ਨ ਹੈ ਕਿ ਜੇ ਉਹ ਨੇਤਾਵਾਂ ਕੋ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਹਜ਼ਾਰ ਕਈ ਨੇਤਾ ਤੇ ਇੰਨੇ ਅਮੀਰ ਨੇ ਕਰਪਸ਼ਨ ਨਾਲ ਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਉਹਨਾਂ ਕੋਲ ਕਿੰਨਾ ਪੈਸਾ ਹੈ। ਜੇ ਤੁਸੀਂ ਉਹਨਾਂ ਨੂੰ ਵੀ ਪੁੱਛ ਲਓ ਨਾ, ਤੇ ਤੁਹਾਡਾ ਗੈਸ ਤੇ ਉਹਨਾਂ ਦਾ ਗੈਸ ਉਹਨਾਂ ਦੀ ਐਕਚੁਅਲ ਇਨਕਮ ਦੇ ਲਾਗੇ ਛਾਗੇ ਹੀ ਹੋਏਗਾ। ਤੁਸੀਂ ਦੂਜੇ ਪਾਸਿਓਂ ਗੈਸ ਕਰਦੇ ਹੋ, ਦੂਜੇ ਪਾਸਿਓਂ ਗੈਸ ਕਰਦੇ ਹੋ। ਐਬਸੋਲੂਟ ਲੈਵਲ ਆਫ ਕਰਪਸ਼ਨ ਇਜ਼ ਦੇਅਰ ਕਿ ਇੰਨੀਆਂ ਜ਼ਮੀਨਾਂ, ਕਈ ਹਜ਼ਾਰ ਏਕੜ ਜ਼ਮੀਨਾਂ ਪੂਰੀ ਦੁਨੀਆ 'ਚ, ਕਈ ਹਜ਼ਾਰ ਪੈਟਰੋਲ ਪੰਪ, ਇਹ ਗੱਲਾਂ ਸੁਣਨ ਚਾਹੁੰਦੀਆਂ ਨੇ, ਇਹ ਬਾਕੀ ਜਿਹੜੀ ਏਜੰਸੀਆਂ ਨੇ ਉਹ ਵੇਖਣ, ਰਾਈਟ। ਤੇ ਅਕ੍ਰੋਸ ਪਾਰਟੀਜ਼ ਜਿਹੜੇ ਲੋਕੀ ਪਾਵਰ 'ਚ ਰਹੇ ਨੇ ਕਈ ਸਾਲ, ਅਕ੍ਰੋਸ ਪਾਰਟੀਜ਼ ਜੇ ਤੁਸੀਂ ਉਹਨਾਂ ਦੀ ਵੈਲਥ ਦਾ ਅੰਦਾਜ਼ਾ ਲਾਓ, ਐਂਡਲੈਸ ਵੈਲਥ ਉਹਨਾਂ ਨੇ ਬਣਾਈ ਹੋਈ ਹੈ। ਤੇ 3 ਲੱਖ ਕਰੋੜ ਤੇ ਕੁਛ ਵੀ ਨਹੀਂ ਹੈ ਉਹਨਾਂ ਲਈ। ਜੇ ਤੁਸੀਂ ਇਹੋ ਜਿਹੇ ਟੌਪ 10 ਨੇਤਾਵਾਂ ਦੀ ਤੁਸੀਂ ਜੇ ਬੇਸਿਕਲੀ ਵੈਲਥ ਨੂੰ ਐਪਰੋਪ੍ਰੀਏਟ ਕਰ ਲਓ ਤੇ ਪੰਜਾਬ ਦੇ ਖਜ਼ਾਨੇ 'ਚ ਪਾ ਦਿਓ ਤੇ ਤੁਹਾਡੀ ਸਾਰੀ ਪ੍ਰੋਬਲਮ ਸੋਲਵ ਹੈ। ਫਿਰ ਇੱਕ ਉਹਨਾਂ ਨੇ ਇਨੀਸ਼ੀਏਟਿਵ ਸ਼ੁਰੂ ਕੀਤਾ ਸੀ ਜਿਹੜਾ ਜ਼ਮੀਨਾਂ ਤੇ ਕਬਜ਼ੇ ਕੀਤੇ ਜੀ। ਅੱਜ ਪੰਜਾਬ ਇੱਕ ਜ਼ਮੀਨ ਦੀ ਇੱਥੇ ਬਹੁਤ ਵੈਲਿਊ। ਜੇ ਤੁਸੀਂ ਜ਼ਮੀਨਾਂ ਦੀ ਰਿਕਵਰੀ ਕਰਨੀ ਸ਼ੁਰੂ ਕਰ ਦਿਓ, ਉਹਦੀ ਇਕਨੋਮਿਕ ਵੈਲਿਊ ਵੇਖੋ, ਉਹਦੇ 'ਚ ਬਹੁਤ ਜ਼ਿਆਦਾ ਹੈਗਾ। ਤੇ ਇਸ ਤੋਂ ਇਲਾਵਾ ਬਾਕੀ ਸਾਰੇ ਹੋਰ ਥਾਊਜ਼ੈਂਡਸ ਆਫ ਕੇਸਿਸ ਆਰ ਦੇਅਰ ਜਿੱਥੇ ਐਂਡਲੈਸ ਮਨੀ ਬਣਾਈ ਗਈ ਆ, ਜਿਹੜੇ ਬੈਨੀਫਿਟ ਸਾਡੇ ਸਟੇਟ ਨੂੰ ਜਾਣੇ ਚਾਹੀਦੇ, ਸਾਡੇ ਲੋਕਾਂ ਨੂੰ ਜਾਣੇ ਚਾਹੀਦੇ ਸੀ। ਬਟ ਮੈਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2 ਚੀਜ਼ਾਂ ਦੇ ਬਾਰੇ ਰਾਏ ਦਊਂਗਾ। ਇੱਕ ਕਿ ਜਿਹੜੀਆਂ ਤੁਸੀਂ ਸਟੇਟਮੈਂਟਸ ਦੇ ਰਹੇ ਹੋ, ਜਿਹੜੇ ਐਕਸ਼ਨ ਲੈ ਰਹੇ ਹੋ, ਇਹਨੂੰ ਕਨਕਲੂਡ ਕਰਨਾ ਸ਼ੁਰੂ ਕਰੋ। ਰਿਕਵਰੀਆਂ ਦਿਖਾਓ ਸਾਨੂੰ। ਤੁਸੀਂ ਕੀਤਾ, ਉਹ ਕੋਰਟ ਕੇਸ ਚੱਲਦੇ ਰਹੇ, 5 ਸਾਲ ਨਿਕਲ ਗਏ, ਇਹ ਵੀ ਆਪਾਂ ਹੁੰਦੇ ਵੇਖਿਆ। ਤੇ ਸਾਨੂੰ ਜ਼ਿਆਦਾ ਭਰੋਸਾ ਤਾਂ ਆਏਗਾ ਜਦੋਂ ਹੁਣ ਇੱਥੇ ਆਪਾਂ ਕੁਝ ਵੇਖੀਏ। ਸ਼ੁਰੂਆਤ ਹੋਈ ਹੈ, 3-4 ਕੇਸਿਸ ਹੋਏ ਨੇ, ਪਰ ਸਾਨੂੰ ਵੀ ਪਤਾ ਕੇਸਿਸ 3-4 ਨਹੀਂ ਨੇ, ਕੇਸਿਸ 30-40 ਹਜ਼ਾਰ ਨੇ ਜੀ। ਜਦੋਂ 30-40 ਹਜ਼ਾਰ ਕੇਸਿਸ ਪੈਣ ਤੇ ਫਾਸਟ ਕੋਰਟ 'ਚ ਜਲਦੀ ਤੋਂ ਜਲਦੀ ਇਹਦਾ ਨਿਪਟਾਰਾ ਕੀਤਾ ਜਾਵੇ, ਤਾਂ ਅਸੀਂ ਮੰਨਾਂਗੇ ਕਿ ਇਹਦੇ ਵਿੱਚ ਕੋਈ ਚੀਜ਼ ਨਿਕਲ ਕੇ ਆ ਰਹੀ ਹੈ। ਦੂਜੀ ਗੱਲ, ਐਂਟੀ ਕਰਪਸ਼ਨ ਇਜ਼ ਵੈਰੀ ਇੰਪੋਰਟੈਂਟ, ਪਰ ਲਾਅ ਐਂਡ ਆਰਡਰ ਇੱਕ ਬੇਸਿਕ ਚੀਜ਼ ਹੈ। ਜੇ ਸਾਨੂੰ ਆਪਣੇ ਸਟੇਟ ਨੂੰ, ਆਪਣੇ ਪੰਜਾਬ ਨੂੰ ਇੱਕ ਸਹੀ ਰਸਤੇ ਤੇ ਲੈ ਕੇ ਜਾਣਾ, ਸਭ ਤੋਂ ਪਹਿਲਾਂ ਲਾਅ ਐਂਡ ਆਰਡਰ। ਇਸ ਵੇਲੇ ਜੋ ਸੰਗਰੂਰ ਦੇ ਵਿੱਚ ਉਹਨਾਂ ਦਾ ਰਿਜ਼ਲਟ ਆਇਆ, ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਨੂੰ ਆਪਣਾ ਇਕੁਅਲੀ ਫੋਕਸ, ਜਿੰਨਾ ਫੋਕਸ ਉਹਨਾਂ ਨੇ ਐਂਟੀ ਕਰਪਸ਼ਨ ਡਰਾਈਵ ਤੇ ਦਿੱਤਾ ਹੈ, ਉਨਾ ਹੀ ਫੋਕਸ ਉਹਨਾਂ ਨੂੰ ਲਾਅ ਐਂਡ ਆਰਡਰ ਤੇ ਦੇਣਾ ਪਏਗਾ। ਇਨਸ਼ੋਰ ਕਰਨਾ ਪਏਗਾ ਕਿ ਇੱਥੇ ਜਿਹੜੀ ਗੁੰਡਾਗਰਦੀ ਨਾ ਵਧੇ, ਗੈਂਗਸਟਰ ਜਿਹੜੇ ਹੈਗੇ ਨੇ ਉਹਨਾਂ ਦਾ ਖਾਤਮਾ ਹੋਵੇ। ਬੇਸਿਕਲੀ ਜਿਹੜੀ ਲੁੱਟ ਮਾਰ ਦੇ ਕੇਸਿਸ ਆਏ ਨੇ, ਆਪਾਂ ਤੇ ਕੁਝ ਪ੍ਰੋਮੀਨੈਂਟ ਕੇਸਿਸ ਦੀ ਸਿਰਫ ਗੱਲ ਕਰਦੇ ਹਾਂ, ਬਟ ਅਨਫੋਰਚੂਨੇਟਲੀ ਪੰਜਾਬ ਦੇ ਵਿੱਚ ਵਾਰਦਾਤਾਂ ਦਾ ਨੰਬਰ ਵੱਧਦਾ ਜਾ ਰਿਹਾ ਹੈ ਐਂਡ ਪੀਪਲ ਆਰ ਫੀਲਿੰਗ ਅਨਸੇਫ।
ਇਹ ਜਿਹੜੀ ਜਨਤਾ ਸਾਡੀ ਅਨਸੇਫ ਫੀਲ ਕਰਨਾ ਬੰਦ ਕਰੇ, ਉਹ ਬੜਾ ਇੰਪੋਰਟੈਂਟ ਹੈ। ਤਾਈਓ ਤੁਸੀਂ ਬਿਜ਼ਨੈਸਿਸ ਨੂੰ, ਇੰਡਸਟਰੀਜ਼ ਨੂੰ ਸਾਡੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਲਈ ਲਿਆ ਪਾਓਗੇ। ਉਹ ਵੀ ਇੱਕ ਲੌਂਗ ਟਰਮ ਤੇ ਸਸਟੇਨੇਬਲ ਤਰੀਕਾ ਹੈ। ਤੁਸੀਂ ਫ੍ਰੀਬੀਜ਼ ਦਿੰਦੇ ਰਹੋ, ਦੈਟ ਇਜ਼ ਲਾਈਕ ਗਿਵਿੰਗ ਫਿਸ਼ ਟੂ ਸਮਨ। ਇੱਕ ਦਿਨ ਲਈ ਤੁਸੀਂ ਉਹਦਾ ਪੇਟ ਭਰ ਦੋਗੇ, ਪਰ ਇਫ ਯੂ ਟੀਚ them ਫਿਸ਼ਿੰਗ, ਤੁਸੀਂ ਉਹਨੂੰ ਲਾਈਫ ਲੌਂਗ ਲਈ ਫੀਡ ਕਰੋਗੇ। ਮੈਨੂੰ ਇਹ ਲੱਗਦਾ ਕਿ ਐਜੂਕੇਸ਼ਨ ਦੀ ਕੁਆਲਿਟੀ, ਇਨਫਰਾਸਟ੍ਰਕਚਰ ਦੀ ਕੁਆਲਿਟੀ, ਲਾਅ ਐਂਡ ਆਰਡਰ, ਇਹ 3-4 ਚੀਜ਼ਾਂ ਤੇ ਜੇ ਸਾਡੀ ਸਟੇਟ ਵਧੀਆ ਤਰੀਕੇ ਨਾਲ ਕੰਮ ਕਰ ਪਾਏ ਤੇ ਮੈਨੂੰ ਲੱਗਦਾ ਕਿ ਪੰਜਾਬ ਨੂੰ ਫਿਰ ਜਿਹੜੀ ਉਹ ਕਹਿੰਦੇ ਨਾ ਕਿ ਸਭ ਤੋਂ ਪ੍ਰੋਸਪਰਸ ਸਟੇਟ ਬਣਾਉਣ 'ਚ ਜ਼ਿਆਦਾ ਟਾਈਮ ਵੀ ਨਹੀਂ ਲੱਗੇਗਾ। ਲੋਕੀ ਐਂਟਰਪ੍ਰੀਨਰ ਨੇ, ਛੋਟਾ ਸਟੇਟ ਹੈ, ਛੋਟੀ 3 ਕਰੋੜ ਦੀ ਪੋਪੂਲੇਸ਼ਨ ਹੈ, ਕਾਫੀ ਲੋਕੀ ਆਰ ਆਲਰੇਡੀ ਡੂਇੰਗ ਵੈਲ, ਤੇ ਆਪਾਂ ਸਹੀ ਰਸਤੇ ਤੇ ਬੜੀ ਛੇਤੀ ਆ ਸਕਦੇ ਹਾਂ। ਇੱਕ ਹੋਰ ਬਿਆਨ ਦਿੱਤਾ ਹੈ ਸਰ ਉਹਨਾਂ ਨੇ ਆਪਣੀ ਇਸੇ ਚੀਜ਼ ਨੂੰ ਲੈਂਦੇ ਹੋਏ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਗਵਰਨਮੈਂਟ ਸਕੂਲਸ, ਗਵਰਨਮੈਂਟ ਐਜੂਕੇਸ਼ਨ ਤੇ ਗਵਰਨਮੈਂਟ ਹਸਪੀਟਲ ਸੈਕਟਰ ਸੀਗੇ, ਇਹ ਐਡਰੈਸ ਸੀਗੇ ਤਾਂ ਕਿ ਪ੍ਰਾਈਵੇਟ ਸੈਕਟਰਸ ਨੂੰ ਜਾਂ ਪ੍ਰਾਈਵੇਟ ਪਲੇਅਰਸ ਨੂੰ ਜ਼ਿਆਦਾ ਫਾਇਦਾ ਹੋ ਸਕੇ, ਪਰ ਉਹਨਾਂ ਦੀ ਸਰਕਾਰ ਦੇ ਵਿੱਚ ਇਹ ਨਹੀਂ ਹੋਇਆ। ਦੇਖੋ, ਇਹ ਕੋਈ ਇਸ ਤਰ੍ਹਾਂ ਨਹੀਂ ਸੀ ਕਿ ਪ੍ਰਾਈਵੇਟ ਨੂੰ ਫਾਇਦਾ ਹੋ ਪਾਏ ਇਸ ਕਰਕੇ ਜਾਣ ਕੇ ਕੀਤਾ। ਇੱਕ ਲੈਕ ਆਫ ਅਕਾਊਂਟੇਬਿਲਿਟੀ ਸੀ। ਜਿਹੜਾ ਬੰਦਾ ਸਰਕਾਰੀ, ਇਸ ਤਰ੍ਹਾਂ ਜਿਹੜੇ ਲੋਕੀ ਸਰਕਾਰੀ ਜੌਬ 'ਚ ਜਾਂਦੇ ਨੇ, ਜੋ ਕੰਪੀਟੀਟਿਵ ਲੈਵਲ ਸੀ, ਜੋ ਐਗਜ਼ਾਮੀਨੇਸ਼ਨ ਹੁੰਦਾ ਸੀ, ਸਮ ਆਫ ਦੀ ਬੈਸਟ ਬ੍ਰੇਨਸ ਵਰ ਗੋਇੰਗ ਦੇਅਰ, ਬਟ ਉਸ ਤੋਂ ਬਾਅਦ ਲੋਕੀ ਸਰਕਾਰੀ ਨੌਕਰੀ 'ਚ ਐਸ ਮਾਈਂਡਸੈਟ ਨਾਲ ਜਾਂਦੇ ਹੁਣ ਆਰਾਮ ਕਰਾਂਗੇ, ਹੁਣ ਰਿਟਾਇਰ ਹੋਵਾਂਗੇ ਤੇ ਪੈਨਸ਼ਨ ਲਵਾਂਗੇ। ਇਹ ਇੱਕ ਉੱਥੋਂ ਦੀ ਦੂਜੀ ਗੱਲ ਸੀ ਕਿ ਜਿੰਨੀਆਂ ਹਾਇਰਿੰਗਸ ਹੋਣੀਆਂ ਚਾਹੀਦੀਆਂ, ਜਿੰਨੇ ਤੁਸੀਂ ਸਕੂਲ ਖੋਲ੍ਹੇ ਨੇ ਉਹਦੇ ਨਾਲ ਉਨੀਆਂ ਹਾਇਰਿੰਗ ਨਹੀਂ ਸੀ। ਕਿੰਨੀਆਂ ਨੌਕਰੀਆਂ ਅਜੇ, ਕਿੰਨੀਆਂ ਓਪਨਿੰਗਸ ਪਈਆਂ ਹੋਈਆਂ ਨੇ। ਤੁਸੀਂ ਜੇ ਟੀਚਰ ਤੋਂ ਹਰ ਇੱਕ ਕੰਮ ਕਰਾਓਗੇ ਪੜ੍ਹਾਈ ਤੋਂ ਇਲਾਵਾ, ਤਾਂ ਪੜ੍ਹਾਈ ਹੋਏਗੀ ਕਿਵੇਂ? ਪਹਿਲਾ ਇੱਕ ਪਾਰਟ ਹੈ ਵਾ। ਦੂਜਾ ਅਕਾਊਂਟੇਬਿਲਿਟੀ। ਤੀਜੀ ਗੱਲ ਕਿ ਅਕਾਊਂਟੇਬਿਲਿਟੀ ਫਰੋਮ ਦੀ ਪੇਰੈਂਟਸ। ਮੈਂ ਵੈਸੇ ਇੱਕ ਸੋਲੂਸ਼ਨ ਸੁਜੈਸਟ ਕਰਨਾ ਚਾਹੂੰਗਾ ਪੰਜਾਬ ਗਵਰਨਮੈਂਟ ਨੂੰ। ਔਨ ਐਨ ਐਵਰੇਜ ਸਾਡੀ ਗਵਰਨਮੈਂਟ ਰਫਲੀ 45,000 ਰੁਪਏ ਪਰ ਬੱਚੇ ਤੇ ਖਰਚ ਕਰਦੀ ਪਈ ਹੈ। ਸਾਡੇ ਸਕੂਲ ਸਿਸਟਮ 'ਚ ਜੋ ਵੀ ਬੱਚਾ ਉੱਤੇ 40-45 ਦੇ ਵਿੱਚ ਪਰ ਐਨਮ ਪੈਸਾ ਖਰਚ ਹੋ ਰਿਹਾ। ਇੰਨੇ ਪੈਸੇ 'ਚ ਤੁਸੀਂ ਕਿਸੇ ਵੀ ਬੱਚੇ ਨੂੰ ਕਿਸੇ ਪ੍ਰਾਈਵੇਟ ਸਕੂਲ 'ਚ ਵੀ ਵਧੀਆ 'ਚ ਪੜ੍ਹਾ ਸਕਦੇ ਹੋ। ਔਨ ਐਨ ਐਵਰੇਜ ਇੰਨੀ ਫੀਸ ਹੈ ਵਧੀਆ ਪ੍ਰਾਈਵੇਟ ਸਕੂਲਾਂ ਦੀ। ਜੇ ਇੱਕ ਕੂਪਨ ਸਿਸਟਮ ਸ਼ੁਰੂ ਕੀਤਾ ਜਾ ਸਕਦਾ ਪੰਜਾਬ ਸਰਕਾਰ, ਕਿ ਹਰ ਬੱਚੇ ਨੂੰ ਇੱਕ ਪੇਰੈਂਟ ਨੂੰ ਕੂਪਨ ਮਿਲੇਗਾ, ਉਹ ਮੰਥਲੀ ਦੇ ਹੋਵੇ, ਕੁਆਟਰਲੀ ਹੋਵੇ, ਐਨੂਅਲ ਹੋਵੇ, ਉਹ ਜਿਹੜੇ ਸਕੂਲ 'ਚ ਆਪਣੇ ਬੱਚੇ ਨੂੰ ਚਾਹੇ ਭਰਵਾ ਪਾਏ, ਉਹ ਕੂਪਨ ਜਦ ਹੋਏਗਾ ਉਸ ਸਕੂਲ ਨੂੰ 40,000 ਰੁਪਏ ਇਨ ਕੈਸ਼ ਹੋ ਜਾਣਗੇ। ਇਹਦੇ ਨਾਲ ਕੀ ਹੋਏਗਾ, ਭਾਵੇਂ ਸਰਕਾਰੀ ਸਕੂਲ 'ਚ ਚਲ ਜਾਏ, ਭਾਵੇਂ ਪ੍ਰਾਈਵੇਟ ਚਲਾ ਜਾਏ, ਸਰਕਾਰੀ ਸਕੂਲ ਵਾਲਿਆਂ ਨੂੰ ਵੀ ਕੁਆਲਿਟੀ ਇੰਪਰੂਵ ਕਰਨੀ ਪਏਗੀ, ਕਿਉਂਕਿ ਹਜੇ ਬੱਚਾ ਤੇ ਫੀਸ ਕੋਈ ਨਹੀਂ ਦੇ ਰਿਹਾ। ਤੇ ਉਹਦੇ ਨਾਲ ਉਹਨਾਂ ਦੀ ਅਕਾਊਂਟੇਬਿਲਿਟੀ, ਉਹ ਸਵਾਲ ਨਹੀਂ ਪੁੱਛ ਪਾਉਂਦੇ ਪ੍ਰਿੰਸੀਪਲ ਨੂੰ, ਟੀਚਰ ਨੂੰ ਕਿ ਮੇਰੇ ਬੱਚੇ ਨੂੰ ਵਧੀਆ ਕਿਉਂ ਨਹੀਂ ਪੜ੍ਹਾ ਰਹੇ। ਸਰਕਾਰੀ ਟੀਚਰਾਂ ਤੋਂ ਤੁਸੀਂ ਸਵਾਲ ਨਹੀਂ ਪੁੱਛ ਪਾਉਂਦੇ ਜੀ। ਪ੍ਰਾਈਵੇਟ 'ਚ ਕਿਉਂਕਿ ਪੇਰੈਂਟਸ ਫੀਸ ਦੇ ਰਹੇ ਨੇ, ਪੁੱਛ ਪਾਉਂਦੇ ਨੇ। ਜੇ ਕੂਪਨ ਸਿਸਟਮ ਹੋਏਗਾ ਤਾਂ ਮਤਲਬ ਕਿ ਯੂ ਹੈਵ ਦੀ ਰਾਈਟ ਟੂ ਗਿਵ ਦੈਟ ਮਨੀ ਟੂ ਐਨੀ ਸਕੂਲ ਦੈਟ ਯੂ ਡੀਮ ਫਿਟ। ਕੱਲ ਨੂੰ ਤੁਸੀਂ ਵੇਖਿਓ ਸਰਕਾਰੀ ਸਕੂਲਾਂ ਦੇ, ਮੈਂ ਤੁਹਾਨੂੰ ਜਿਵੇਂ ਦੱਸਿਆ, ਬੈਸਟ ਟੀਚਰ ਸਿਲੈਕਟ ਹੋ ਰਹੇ ਨੇ, ਬੈਸਟ ਪ੍ਰਿੰਸੀਪਲ ਉੱਥੇ ਸਿਲੈਕਟ ਹੋ ਰਹੇ ਨੇ। ਜਦੋਂ ਆਉਣਗੇ ਕਰਨ ਤੇ, ਜਦੋਂ ਉਹਨਾਂ ਨੂੰ ਹੋਏਗਾ ਕਿ ਵੀ ਮੈਨੂੰ ਤੇ ਆਪਣੇ ਸਕੂਲ 'ਚ ਦਿਖਾਣਾ ਨੰਬਰ ਕਿੰਨਾ ਆ ਰਿਹਾ, ਨਹੀਂ ਤੇ ਮੇਰਾ ਸਕੂਲ ਤੇ ਮੇਰੀ ਨੌਕਰੀ ਜਾ ਸਕਦੀ ਹੈ। ਜੇ ਇਹੋ ਜਿਹਾ ਸਿਸਟਮ ਬਣੇਗਾ, ਪੇਰੈਂਟਸ ਨੂੰ ਵੀ, ਸਾਰੇ ਸਕੂਲ ਸਿਸਟਮ ਦੀ ਅਕਾਊਂਟੇਬਿਲਿਟੀ ਬਣੇਗੀ ਤੇ ਓਵਰਆਲ ਸਾਡਾ ਖਰਚਾ ਵੀ ਨਹੀਂ ਵਧੇਗਾ। ਤੇ ਉਹ ਜੇ ਬੱਚੇ ਉਹ ਭਾਵੇਂ ਪ੍ਰਾਈਵੇਟ ਸਕੂਲ 'ਚ ਜਾਣ, ਉੱਥੇ ਵੀ ਟੀਚਰਸ ਨੂੰ ਨੌਕਰੀ ਮਿਲੇਗੀ, ਭਾਵੇਂ ਸਰਕਾਰੀ 'ਚ ਮਿਲੇ ਟੀਚਰਸ ਨੂੰ ਨੌਕਰੀ ਮਿਲੇਗੀ, ਹਾਈ ਕੁਆਲਿਟੀ ਐਜੂਕੇਸ਼ਨ ਦਿੱਤੀ ਜਾ ਸਕਦੀ ਹੈ। ਇਸ ਤਰੀਕੇ ਨਾਲ ਇਹ ਇੱਕ ਤਰੀਕਾ ਐਕਸਪੈਰੀਮੈਂਟ ਕੀਤਾ ਜਾ ਸਕਦਾ। ਪਰ ਮੈਨੂੰ ਪਤਾ ਹੈ ਜਿੰਨੀਆਂ ਵੀ ਐਸੋਸੀਏਸ਼ਨਸ ਨੇ, ਮੁਲਾਜ਼ਮ ਐਸੋਸੀਏਸ਼ਨਸ ਨੇ, ਉਹਨਾਂ ਨੇ ਇਹਦਾ ਵਿਰੋਧ ਕਰਨਾ, ਕਿਉਂਕਿ ਇਹ 'ਚ ਅਕਾਊਂਟੇਬਿਲਿਟੀ ਆਉਂਦੀ ਹੈ। ਪਰ ਜੇ ਦੇਸ਼ ਨੂੰ ਤਰੱਕੀ ਕਰਨੀ ਹੈ ਤਾਂ ਲੋਕਾਂ ਦੀ ਅਕਾਊਂਟੇਬਿਲਿਟੀ, ਜੇ ਆਪਾਂ ਸਰਕਾਰਾਂ ਦੀ ਚਾਹੁੰਦੇ ਹਾਂ ਤੇ ਇੰਪਲੋਇਜ਼ ਦੀ ਵੀ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਇਸ ਤੋਂ ਇਲਾਵਾ ਲੋਟਰੀ ਘੁਟਾਲੇ ਦੀ ਸਰ ਗੱਲ ਕਰਦੇ ਹਾਂ, ਜਿਸ ਬੰਦੇ ਨੂੰ ਪਹਿਲਾਂ 65 ਕਰੋੜ ਦਾ ਕੰਮ ਦਿੱਤਾ ਗਿਆ ਸੀਗਾ, ਬਾਅਦ ਦੇ ਵਿੱਚ ਉਹਨੂੰ ਹੀ 35 ਕਰੋੜ ਅਲਾਟ ਕੀਤੇ ਗਏ ਸੀ। ਇਸ ਸਾਰੇ ਝੋਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਬੇਸਿਕਲੀ ਮੈਂ ਇਹਨੂੰ ਇਸ ਤਰ੍ਹਾਂ ਵੇਖਦਾ ਕਿ ਬਈ ਪਹਿਲਾਂ ਉਸ ਬੰਦੇ ਨੇ 65 ਕਰੋੜ ਦੀ ਬਿਡਿੰਗ ਕੀਤੀ ਸੀ, ਉਹ ਹੀ ਕੰਮ ਉਹਨੂੰ 35 ਕਰੋੜ 'ਚ ਮਿਲ ਗਿਆ। ਦੋ ਚੀਜ਼ਾਂ ਇਹਦੇ 'ਚ ਵੇਖਣ ਵਾਲੀਆਂ, ਇੱਕ ਪ੍ਰਾਈਸ ਦਾ ਡਿਫਰੈਂਸ ਇਹਨਾਂ ਕਿਵੇਂ ਆ ਗਿਆ, ਕਾਸਟ ਕਟਿੰਗ ਇਸ ਤਰ੍ਹਾਂ, ਮਤਲਬ ਕਿ ਉਸ ਬੰਦੇ ਨੂੰ 35 ਕਰੋੜ 'ਚ ਕਿਉਂ ਦੇ ਦਿੱਤਾ, ਕਿ ਉਹਦਾ ਰੈਵਨਿਊ ਘੱਟ ਆਏ ਜਾਂ ਉਹਦਾ ਪ੍ਰੋਫਿਟੇਬਿਲਿਟੀ ਨਹੀਂ ਹੋਈ, ਇਸ ਕਰਕੇ ਉਹਨੂੰ ਦੇਣਾ ਪਿਆ। ਜੇ ਇਹਦੇ 'ਚ ਕਰਪਸ਼ਨ ਹੈ, ਇਹਦਾ ਮਤਲਬ ਹੈ ਕਿ ਹੌਲੀ ਹੌਲੀ ਉਹਦੀ ਅਫਸਰਾਂ ਨਾਲ ਜਾਂ ਜੋ ਵੀ ਰੈਲੇਵੈਂਟ ਮਿਨਿਸਟਰੀ ਹੋਏਗੀ ਉਹਦੇ ਨਾਲ ਸਾਂਠ-ਗਾਂਠ ਹੋ ਗਈ ਹੋਏਗੀ। ਉਹਨਾਂ ਨੇ ਕਿਹਾ ਹੋਏਗਾ ਕਿ ਆਪਾਂ ਇਹ ਬੇਸਿਕਲੀ ਨਾ ਮਿਲ ਕੇ ਬਿਡਿੰਗ ਕਰਦੇ ਨੇ। ਜਦ ਬਿਡਿੰਗ ਹੀ ਲੋ ਪ੍ਰਾਈਸ ਤੇ ਆਏਗੀ ਤਾਂ ਗਵਰਨਮੈਂਟ ਕੋਲ ਵੀ ਕੋਈ ਆਪਸ਼ਨ ਨਹੀਂ ਹੈ, ਉਹ ਫਿਰ ਪੂਰੀ ਉਸ ਗੇਮ ਨੂੰ ਪਲੇ ਕਰ ਲੈਂਦੇ ਨੇ। ਸ਼ਾਇਦ ਇਸ ਤਰ੍ਹਾਂ ਦੀ ਕਰਪਸ਼ਨ ਹੋਵੇ। ਤੇ ਮੈਨੂੰ ਇਹ ਲੱਗਦਾ ਹੈ ਕਿ ਅਗੇਨ ਜੋ ਵੀ ਕਰਪਟ ਫੋਰਸਿਸ ਨੇ ਜਾਂ ਆਫਿਸਰ ਹੋਣ, ਭਾਵੇਂ ਪੋਲੀਟੀਸ਼ੀਅਨਸ ਹੋਣ, ਇੱਕ ਸਟਰੋਂਗ ਐਕਸ਼ਨ ਦੀ ਲੋੜ ਹੈ। ਇਟ ਇਜ਼ ਆਲ ਇਨ ਲਾਈਨ ਵਿਦ ਕਿ ਜੋ ਆਮ ਆਦਮੀ ਪਾਰਟੀ ਦਾ ਐਂਟੀ ਕਰਪਸ਼ਨ ਕਰੂਸੇਡ ਚੱਲਦਾ ਪਿਆ ਪੰਜਾਬ 'ਚ, ਉਹਦੇ ਲਾਈਨ 'ਚ ਹੈਗੀ ਆ। ਹੁਣ ਇੰਨਾ ਹੀ ਐਫਰਟ ਲਾਅ ਐਂਡ ਆਰਡਰ ਤੇ ਵੀ ਦੇਣ ਦੀ ਲੋੜ ਹੈ, ਸ਼ਾਇਦ ਜ਼ਿਆਦਾ।
ਸਰ ਅਗਲੀ ਵੀ ਇੱਕ ਹੋਰ ਕਰਪਟ ਨੈਕਸਸ ਦੀ ਖਬਰ ਹੈਗੀ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਫੈਸਲਾ ਲਿਆ ਹੈ ਕਿ ਪਿਛਲੀ ਸਰਕਾਰਾਂ ਦੇ ਟੈਨਿਓਰ ਦੇ ਵਿੱਚ ਜੋ ਵੀ ਇਲੀਗਲ ਮਾਈਨਿੰਗ ਕੇਸਿਸ ਸੀ ਉਹਨਾਂ ਤੇ ਥੋੜਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਪਿਛਲੇ 20 ਸਾਲਾਂ ਦੇ ਵਿੱਚ ਤਕਰੀਬਨ 40,000 ਕਰੋੜ ਦਾ ਨੁਕਸਾਨ ਹੋਇਆ। ਦੇਖੋ ਇਹ ਤੇ ਇੱਕ ਮੈਨੂੰ ਤੇ ਹਜੇ ਵੀ ਇਹ ਬੜਾ ਕੰਜ਼ਰਵੇਟਿਵ ਐਸਟੀਮੇਟ ਲੱਗਦਾ ਹੈ, ਕਿਉਂਕਿ ਨੁਕਸਾਨ ਇਸ ਤੋਂ ਜ਼ਿਆਦਾ ਵੀ ਹੋਇਆ ਹੋ ਸਕਦਾ ਹੈ। ਕਿਉਂਕਿ ਜਦੋਂ ਇਲੀਗਲੀ ਕਰਦੇ ਨੇ 24 ਘੰਟੇ ਮਾਈਨਿੰਗ ਚੱਲਦੀ ਰਹੀ ਆ ਤੇ ਸਾਡੇ ਨੈਚੁਰਲ ਰਿਸੋਰਸਿਸ ਦੀ ਡਿਪਲੀਸ਼ਨ ਹੋਈ ਆ ਤੇ ਨੁਕਸਾਨ ਸ਼ਾਇਦ ਇਸ ਤੋਂ ਜ਼ਿਆਦਾ ਵੀ ਹੋਇਆ ਹੋਵੇ। ਤੇ ਇਹ ਤੇ ਇਲੈਕਸ਼ਨ ਦਾ ਮੁੱਦਾ ਸੀ। ਜੇ ਆਪਾਂ ਆਪਣੇ ਐਕਸ ਚੀਫ ਮਿਨਿਸਟਰ ਜੋ ਲਾਸਟ ਡਿਊਰੇਸ਼ਨ 'ਚ ਕਾਂਗਰਸ ਟਾਈਮ ਦੇ ਚੀਫ ਮਿਨਿਸਟਰ ਸਨ, ਉਹਨਾਂ ਤੇ ਵੀ ਮਾਈਨਿੰਗ ਦੇ ਵਿੱਚ ਹੀ ਆਏ। ਇਹ ਇਨਫੈਕਟ ਕਾਂਗਰਸ ਦੇ ਜਿਹੜੇ ਲੀਡਰ ਹੁਣ ਬੀਜੇਪੀ 'ਚ ਜੁਆਇਨ ਕਰ ਚੁੱਕੇ ਨੇ, ਉਹਨਾਂ ਨੇ ਵੀ ਕਿਹਾ ਜੀ ਮੈਂ ਸੀਐਮ ਸਾਹਿਬ ਨੂੰ ਹੈਲੀਕਾਪਟਰ ਤੇ ਵਿਖਾਇਆ, ਵੇਖੋ ਇਲੀਗਲ ਮਾਈਨਿੰਗ ਚੱਲਦੀ ਪਈ ਆ। ਇਹ ਤੇ ਮੇਨ ਮੁੱਦਾ ਸੀ ਐਂਡ ਚੇਤੇ ਆਏ ਨੇ। ਆਈ ਐਮ ਗੁੱਡ, ਪਰ ਛੇਤੀ ਨਿਪਟਾਰਾ ਹੋਵੇ। ਇਹ ਇਟ ਇਜ਼ ਗੁੱਡ ਕਿ ਬਈ ਤੁਸੀਂ ਸਟੇਟਮੈਂਟ ਦਿੱਤੀਆਂ, ਆਪਾਂ ਵੀ ਪੇਸ਼ੈਂਟਲੀ ਬੈਠੇ ਹੋਏ ਹਾਂ, ਅਜੇ 4 ਮਹੀਨੇ ਹੋਏ ਨੇ। ਬਟ ਬਾਈ ਦੀ ਐਂਡ ਆਫ ਦਿਸ ਈਅਰ ਮਾਨ ਗਵਰਨਮੈਂਟ ਸ਼ੁੱਡ ਇਨਸ਼ੋਰ ਕਿ ਕਰਪਟ ਲੋਕਾਂ ਤੋਂ ਰਿਕਵਰੀ ਹੋਈ, ਉਹ ਜੇਲ੍ਹ 'ਚ ਗਏ, ਉਹਨਾਂ ਨੂੰ ਫਾਈਨ ਲੱਗੇ। ਇਹ ਪਾਰਟ ਇਨਸ਼ੋਰ ਕਰਨਾ ਮਾਨ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ। ਸਰ, ਉद्धਵ ਠਾਕਰੇ resigns as Maharashtra CM and BJP hopes to return to power backed by Eknath Shinde. So what do you think about the same? देखो उद्धव ठाकरे जी के पास इसके अलावा कोई अब ऑप्शन नहीं बची थी, और मैं ये बल्कि जब वो उन्होंने पहला स्टेप लिया था कि बड़ी जल्दी वो जब छोड़ के जा रहे थे सीएम हाउस और अपने घर में शिफ्ट हुए थे, दैट वाज अ गुड ब्रेव बोल्ड। पर शरद पवार ने उनकी लेगेसी ख़राब कर दिया, जो एक ठाकरे लेगेसी है उसको ख़राब कर दिया। उनको बोला कि नहीं हम फाइट करेंगे, इसको लीगैलिटी मिलेगी। इससे उनकी पावर की हंग्रीनेस देखी जो बाला साहब ठाकरे ने कभी नहीं दिखाई। तो इस तरह से शरद पवार जी की सपोर्ट लेके, एक तो जो उनके जो विरोध कर रहे हैं उनका जो रिबेल एमएलए सो कॉल्ड, मैं तो उनको मेन स्ट्रीम एमएलए मानूंगा क्योंकि मेजॉरिटी में तो वही है, और वो हिंदुत्व जो आइडियोलॉजी है शिवसेना की उसके पक्ष में वही है, और एनसीपी हैज बीन अगेंस्ट दैट। तो उन्होंने उद्धव ठाकरे जी ने वो उनकी बात को ट्रू प्रूव कर दिया, और जो अपने शरद पवार जी हैं उनकी बात सुन के एनसीपी की बातों में आके उन्होंने जो ठाकरे परिवार की भी लेगेसी है उसको भी खराब किया है। अगर रिजाइन करना था तो वो पहले दिन करते, तो वो एक ज़्यादा डिग्निफाइड अप्रोच होती है। वो सुप्रीम कोर्ट में गए, मनु सिंघवी जी को अपना लॉयर बनाया, हर तरह के टेक्निकल उन्होंने कि लोग जो रेबल एमएलए हैं उनको किसी तरह से डिस्क्वालीफाई किया जाए। जो मेरे को लगता है कि एक अच्छा प्रोसेस नहीं था शिवसेना के लीडर को के पर्सपेक्टिव से। इट शोड हिज पावर हंग्रीनेस, इट शोड कि वो कैसे सीएम की कुर्सी पे बना रहना चाहते हैं। फिर उन्होंने जाते जाते वो हमेशा कहते हैं कि जो पॉलिटिशियन नेवर क्विट्स, पॉलिटिशियन कभी रिटायर नहीं होते, करेक्टर रिटायर होते हैं और मूवी स्टार रिटायर हो, पर पॉलिटिशियन रिटायर नहीं होते। उन्होंने जाते जाते अपनी लेगेसी बनाने के लिए कुछ शहरों के नाम बदले। अब इट इज नॉट लॉस्ट टू एनीवन कि ये वो लास्ट स्टेप में अपनी एक लेगेसी, और अगले इलेक्शन तो डेफिनेटली उन्होंने लड़ना ही है, तो उसकी तैयारी की हिस्ट्री में ये बोला जाए कि इन शहरों के नाम, ताकि वो जो अपनी हिंदुत्व इमेज को प्रोटेक्ट कर पाए, दैट आई स्टिल बिलीव इन हिंदुत्व, जो उनकी शिवसेना की आइडियोलॉजी है। तो उन्होंने वो करने की लास्ट स्टेप में कोशिश की। और देखो ये टैक्टिकली तो ठीक है, आज तो सबको समझ में आ रहा है, पर आज से 5 साल बाद जब हिस्ट्री आएगी तो यही बोला जाएगा तो उस सीएम ने इसका नाम चेंज किया। सिमिलरली अगर मैं बात करूं बीजेपी गवर्नमेंट फॉर्मेशन की, बीजेपी वाज द बिगेस्ट पार्टी, जो सबसे ज़्यादा मैंडेट बीजेपी को मिला था, और मोर और लेस सबको क्लियर था कि बीजेपी और शिवसेना, क्योंकि उनकी पहले भी अलायंस थी, वो टुगेदर, तो एक मैंडेट बीजेपी और शिवसेना को ही मिला था। तो अगर मैं बात करूं कि शिवसेना के मेजर जो एमएलए अब बीजेपी को सपोर्ट कर रहे हैं, तो ये ओरिजिनल मैंडेट है। दिस वाज द ओरिजिनल मैंडेट फॉर दिस इलेक्शन बाय द पीपल ऑफ महाराष्ट्र। तो वी आर कमिंग, अगर गवर्नमेंट फॉर्म होती है आज 3 बजे, जो बीजेपी के फडणवीस जी हैं, जो एक्स चीफ मिनिस्टर हैं, उन्होंने मिलना है गवर्नर को। प्रोबेबिलिटी है, क्योंकि वो कह रहे हैं कि हमें कुछ इंडिपेंडेंट्स की भी सपोर्ट है कि वो अपनी गवर्नमेंट बना लें। बट अगेन कमिंग बैक टू सिंपल सा पॉइंट ये है कि ओरिजिनल मैंडेट तो यही था कि शिवसेना और बीजेपी कंबाइंड को मेजॉरिटी दी गई थी, और जो अलायंस थी एनसीपी की, आईएनसी की और शिवसेना की, वो बेसिकली वाज अ कन्वीनियंस की अलायंस थी कि भाई समहाउ बीजेपी को बाहर रखना है और हम मिलके पावर में रहेंगे। सर, संजय राउत ने भी एक्यूज किया है ये रिबेल एमएलएस को बैक स्टैबिंग के लिए, पर एमएलएस का कहना है दे आर नॉट अगेंस्ट
Uddhav Thackerayji's leadership, but it is a matter of principle and ideology. आई थिंक देखो ए प्रायोरी तो ये बात बिल्कुल ठीक है। अगर आपकी एक आइडियोलॉजी है जिसके लिए जनता ने आपको वोट दिया, आप उसके साथ विश्वासघात नहीं कर सकते। इट इज अबाउट पीपल। इफ पीपल वांट अ सर्टन आइडियोलॉजी, सर्टन वे ऑफ गवर्नेंस टू बी प्लेस्ड, और आप जो उस आइडियोलॉजी के बिल्कुल अगेंस्ट जो आपसे इलेक्शन लड़े हैं, सीटें डिवाइड हुई थी, एक जगह, कुछ जगह से बीजेपी लड़ी थी, कुछ जगह से शिवसेना लड़ी थी, तो इसका मतलब उन्होंने बाद में पोस्ट इलेक्शन अलायंस ही करनी थी ना। दैट वाज द होल आइडिया। अब अगर हम बात करें एनसीपी और नेशनल कांग्रेस की, उनकी आइडियोलॉजी इज टोटली अगेंस्ट। अगर शिवसेना को आप हिस्टोरिकली देखें, सो दे हैव ऑलवेज अपोज द आइडियोलॉजी विच इज ऑफ अपीसमेंट बाय आईएनसी एज वेल एज शरद पवार पार्टी। तो ये जो डिफरेंसेस हैं, ये उन्होंने जस्ट फॉर बिकॉज उनकी ईगो हर्ट हुई, वो सर्टन रोल्स चाहते थे, सर्टन अथॉरिटी चाहते थे जो बीजेपी वाज नॉट विलिंग टू गिव। एक टाइम पे महाराष्ट्र में शिवसेना बड़ा ब्रदर होती थी, बाद में बीजेपी बन गई। तो ये चीज़ उनको पर्सनली उद्धव ठाकरे जी को अच्छी नहीं लगी, और शरद पवार जो एक एस्ट्यूट पॉलिटिशियन है, उन्होंने उद्धव ठाकरे जी को सीएम बनाया, उनकी ईगो को मसाज किया, और अल्टीमेटली मेरे को लगता है कि उन्होंने उद्धव ठाकरे जी का पॉलिटिकल फ्यूचर काफ़ी खतरे में डाल दिया। इसके अलावा सर, सेंटर हैज़ आस्क्ड ऑल द स्टेट्स टू नॉट टू डिले रजिस्ट्रेशन ऑफ FIRs अगेंस्ट SC/ST कम्युनिटी। देखो, ऑन द सरफेस ये स्टेटमेंट बड़ी ही पॉजिटिव विचारधारा की स्टेटमेंट लगती है कि हमें SC/ST के अगेंस्ट कोई भी क्राइम होता है तो हमें उसकी इमीडिएट वो प्रायोरिटी पे होना चाहिए। बट व्हाट अबाउट द अदर पॉपुलेशन? अगर किसी भी सेक्टर के लोग, वीकर सेक्शन कहीं से भी हो सकते हैं, वो जनरल कैटेगरी से भी हो सकते हैं, SC/ST से भी हो सकते हैं, OBC से भी हो सकते हैं, किसी रिलीजन से भी हो सकते हैं, वो इकोनॉमिकली बैकवर्ड भी हो सकते हैं। अगर कोई भी पर्सन इंडिया में हु इज फ्रॉम अ वीकर सेक्शन इन एनी वे, और अगर उसकी प्रताड़ना होती है, तो क्या उसकी FIR को सेकेंडरी देखा जाएगा? क्या सबकी FIR को इक्वल प्रायोरिटी नहीं मिलनी चाहिए? क्या ये जो हम दिस नेशन इज फॉर एवरीवन हैज इक्वल राइट्स, क्या उसके अगेंस्ट नहीं जाता है? तो मेरे को ये लगता है कि ऑन दी सरफेस इस तरह की स्टेटमेंट्स देके आप अपीजमेंट पॉलिसीज करते हैं, पर हर एक बंदा जिसके साथ अन्याय हुआ है, हमारी फोर्सेस को, हमारे जस्टिस सिस्टम को, हमारी गवर्नमेंट को इंश्योर करना चाहिए कि उनके साथ इंसाफ हो, और जो कोर्ट हैं, जो हमारा पुलिस डिपार्टमेंट है, वो वीकर सेक्शन के साथ खड़ा हो जी, वो उनकी सपोर्ट में खड़ा हो, और जो लोग उनकी प्रताड़ना कर रहे हैं उनसे प्रोटेक्ट करें। अभी हमने रिसेंटली भी कुछ केसेस देखे हैं जब एक आदमी ने अपनी प्रोटेक्शन के लिए रिक्वेस्ट डाली, पर पुलिस ने बिकॉज ऑफ देयर उस स्टेट की पॉलिटिकल आइडियोलॉजी अलग थी, वो किसी और तरीके से प्रिटेंड करना चाहते थे, और उस बंदे को अपनी जान से होना पड़ा, और इससे कम्युनिटीज में डिवाइड बढ़ा। तो मेरे को लगता है कि अपीजमेंट पॉलिसी किसी भी तरीके से, इंसाफ सबको मिलना चाहिए, सबका हक है। अगर कोई अमीर है, अगर उसके साथ नाइंसाफी हुई है, तो क्या उसकी FIR दर्ज नहीं होनी चाहिए? अब अजम्पशन ये है कि उसकी हो जाती होगी, बट मेरे को ये लगता है कि जो कोर्ट में होता है ना कि जो लॉ है वो ब्लाइंड है, उसने आपकी अमीरी, गरीबी, आपकी कास्ट, ये सब कुछ नहीं देखना है, उसने रूल्स के अकॉर्डिंग चलना है, और किसी भी के ऊपर अन्याय हो, FIR इमीडिएटली अगर बनती है तो दर्ज होनी चाहिए। जी बिल्कुल सर, आंध्र प्रदेश, गुजरात और तेलंगाना ईज ऑफ डूइंग बिजनेस में टॉप अचीवर्स में आए। दैट इज वेरी गुड, कि एक हेल्दी कंपटीशन हो, और फ्यूचर में हमें बेसिकली इंश्योर करना है कि जो हमारी स्टेट है पंजाब, उसको भी अपनी ईज ऑफ डूइंग, यही बात हम बार बार करते हैं कि ये सारे जो लिस्ट है, जो पॉजिटिव लिस्ट हैं, इसमें हम हर स्टेट ऊपर आना चाहती है, और हमें ये ध्यान रखना पड़ेगा कि पंजाब इसमें कहाँ पे है, क्योंकि जब भी इन्वेस्टमेंट डिसीजन लिए जाते हैं तो ये सारी लिस्ट को, वहाँ पे क्या रिस्क है, वहाँ पे लॉ एंड ऑर्डर सिचुएशन कैसी है, आपके असेट्स को गवर्नमेंट की अच्छी तरह से प्रोटेक्ट कर पाती है कि नहीं, ऐसा तो नहीं है कि कहीं पे भी राइट्स हो सकते हैं, आपकी चीज़ों के साथ तोड़फोड़ हो सकती है, ये इस तरह के एग्जाम्पल वहाँ पे नहीं होते हैं। गुजरात, तेलंगाना, ये सारी स्टेट्स ने काफ़ी प्रोग्रेसिवनेस दिखाई है, और भी कई स्टेट्स जो मैं अगर हिमाचल प्रदेश की भी अपने आसपास बात करूं, उनको भी अचीवर कैटेगरी में रखा गया है, क्योंकि वो भी काफ़ी प्रो बिजनेस पॉलिसीज लेके आ रहे हैं। तो मेरे को लगता है ये हेल्दी कंपटीशन, एक टूर्नामेंट काइंड ऑफ कंपटीशन जो हमारी स्टेट्स में रहे, जैसे IPL होता है ऐसे ये बिजनेस का IPL है। तो जितने अच्छे जो इंफ्रास्ट्रक्चर, पॉलिसीज, करप्शन फ्री इन्वायरमेंट, और एक सेंस ऑफ फेयरनेस देगा कि आपके असेट्स पर एक सिक्योरिटी देगा, और टैलेंट,
एक इंपॉर्टेंट बात है टैलेंट, कि इन स्टेट्स में हाई क्वालिटी एजुकेशनल इंस्टीट्यूट्स हैं। अगर आप देखें, बच्चा सिंसियर है, बच्चा रिस्पॉन्सिबल है, वो जब एम्प्लॉयमेंट में जाता है, हाउ हार्ड वर्किंग, और वहाँ का माइंड सेट क्या है, इज इट ऑफ डूइंग सिंसियर हार्ड वर्क और इज इट ऑफ शोइंग ऑफ। ये सारी चीज़ें जो एंटरप्रेन्योर्स होते हैं, जो इन्वेस्टर्स होते हैं, वो इस चीज़ों को अच्छी तरह से समझते हैं कि अल्टीमेटली हमें लोग किस क्वालिटी के मिल रहे हैं, तो वहाँ पे ही वो इन्वेस्टमेंट करना पसंद करेंगे। सर, नेटो इंडक्ट्स स्वीडन एंड फिनलैंड, क्या ये फैसला वहाँ की जियोपॉलिटिकल टेंशन है, जो स्ट्रेस है, उसको एक्सेलरेट कर सकता है? डेफिनेटली, यही दिस वाज द इनिशियल ऑब्जेक्शन ऑफ रशिया, दैट नेटो एक्सपेंशन नहीं होनी चाहिए, और उसी के अगेंस्ट अब देखिए, इट्स सच एन आयरनी, यूक्रेन को तो अभी तक नहीं किया, बाकी 2 देशों को कर लिया। आप इससे समझिए कि कितनी एस्ट्यूट स्ट्रेटजी नेटो और स्पेशली यूएस इज प्लेइंग टुडे। एंटायर यूरोप इज डिपेंडेंट ऑन यूएसए फॉर इट्स सिक्योरिटी नीड्स, फॉर इट्स एनर्जी नीड्स, और वो ये कह रहे हैं कि आपको रशिया से डिपेंडेंसी खत्म करनी है, इवन इफ यू हैव टू इम्पोर्ट थिंग्स एट अ कॉस्टलियर प्लेस। अब नेटो स्टेट बनने के बाद इट पुट्स लॉट ऑफ प्रेशर ऑन कंट्रीज लाइक फिनलैंड एंड स्वीडन ऑन देयर मिलिट्री एक्सपेंसेस। दे वर न्यूट्रल स्टेट्स, इसीलिए वो लोगों ने देखो अपने लोगों की कितनी तरक्की की, कितना एक सेफ इन्वायरमेंट, हेल्थ, एजुकेशन सिस्टम्स, दे वर बेस्ट इन दी वर्ल्ड। हैप्पीनेस इंडेक्स में वो हमेशा टॉप पे आते थे। आज आपने उनकी हैप्पीनेस छीन ली। नाउ यू आर अ नेटो कंट्री, इट मीन्स यू आर पार्ट ऑफ वन मिलिट्री ब्लॉक, और जो दुनिया का जो अमेरिका आपको दिखा रहा है कि जो सबसे खतरनाक दुश्मन है रशिया, दैट इज ऑन योर बॉर्डर। यूएस से रशिया के बॉर्डर पे नहीं है, हाँ अलास्का की साइड से मान लेते हैं, बट मेनली फिनलैंड, स्वीडन इज एट द बॉर्डर ऑफ रशिया। अब आप सोचो कि नाउ यू आर सराउंडेड बाय अ बिग डेंजरस एनिमी, और आप एक न्यूट्रल स्टेट थे। आपने इतने पिछले 40-50 सालों में अपने लोगों की इतनी अपलिफ्टमेंट की, आज आपके रिसोर्सेस नेटो फोर्सेस को मेंटेन करने में, हथियारों को मेंटेन करने में लगने शुरू हो जाएंगे। सो व्हाट हैव यू डन फॉर योर कंट्री? आई डोंट थिंक पीपल ऑफ फिनलैंड and Sweden have been given a fair deal by this acceptance by NATO. It is not something very positive for them. आज उनके अब आप न्यूज़ क्या होंगी, उनको नेटो रिलेटेड, रशिया रिलेटेड, अपने इन सारे डिसीजंस को पॉलिटिशियन जस्टिफाई कैसे करेंगे? वो रशिया रिलेटेड जो भी डेंजरस न्यूज़ है उनसे शेयर करेंगे। आप देखना वहाँ का हैप्पीनेस इंडेक्स अपने आप चला जाएगा। वो खुश थे, न्यूट्रल स्टेट थे, किसी से लड़ाई झगड़ा नहीं, ग्रोथ, प्रोग्रेस, प्रॉस्पेरिटी, एवरीथिंग वाज देयर। नाउ व्हाट इज देयर? आपने 2 कंट्रीज जिनके लोग वर वन ऑफ द हैप्पीएस्ट एंड मोस्ट प्रॉस्परस, आपने उनको, वहाँ का एजुकेशन सिस्टम बेस्ट था, आपने उनको नेटो का मेंबर बना के 10 स्टेप पीछे ले गए, और इसमें बेनिफिट सिर्फ और सिर्फ यूएसए का है। तो थैंक यू सो मच फॉर योर व्यूज सर। अगली बार फिर हाजिर होंगे इंपॉर्टेंट अपडेट्स के मीनिंगफुल इनसाइट्स के साथ। तब तक जुड़े रहिए हमारे चैनल के साथ, एंड डू नॉट फॉरगेट टू सब्सक्राइब टू आवर चैनल एंड डाउनलोड आवर ऐप। थैंक यू।